वन नेशन वन लैंगुएज ਅਤੇ वन इलैक्शन। ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸ਼ੁਰੂ ਤੋਂ ਇਸ ਦੀ ਹਾਮੀ ਰਹੀ ਹੈ ਅਤੇ ਕੇਂਦਰ ਦੇ ਹੱਥ ਮਜ਼ਬੂਤ ਕਰਨ ਅਤੇ ਤਾਕਤਾਂ ਦਾ ਕੇਂਦਰੀਕਰਨ ਲਈ ਤਤਪਰ ਰਹਿੰਦੀ ਹੈ। ਇਸ ਦਿਸ਼ਾ ਵਿੱਚ ਪਹਿਲਾਂ ਵੀ ਕਈ ਕਦਮ ਚੁੱਕੇ ਗਏ ਨੇ ਅਤੇ ਹੁਣ ਇਹ ਸਰਕਾਰ ਇੱਕ ਹੋਰ ਕਦਮ ਚੁੱਕਣ ਜਾ ਰਹੀ ਹੈ ਜਿਹੜਾ ਫੈਡਰਲ ਢਾਂਚੇ ਦੇ ਪੂਰੀ ਤਰ੍ਹਾਂ ਉਲਟ ਹੈ ਅਤੇ ਸੰਘੀ ਢਾਂਚੇ ਦੀ ਇੱਕ ਤਰ੍ਹਾਂ ਨਾਲ ਸੰਘੀ ਕੁੱਟਣ ਵਾਲਾ ਸਾਬਤ ਹੋਏਗਾ। ਪਹਿਲਾਂ ਵੀ ਨਰਿੰਦਰ ਮੋਦੀ ਦੀ ਸਰਕਾਰ ਉੱਤੇ ਸੰਵਿਧਾਨ ਨਾਲ ਛੇੜਛਾੜ ਕਰਨ ਤੱਕ ਦੇ ਦੋਸ਼ ਲੱਗਦੇ ਨੇ। ਇਸ ਤੋਂ ਇਲਾਵਾ ਸੂਬਿਆਂ ਨਾਲ ਵਿਤਕਰਾ ਆਮ ਜਿਹੀ ਗੱਲ ਹੋ ਗਿਆ ਹੈ। ਇੰਡੀਆ ਦੇ ਵੱਖ-ਵੱਖ ਸੂਬਿਆਂ 'ਚ ਅਦਾਲਤਾਂ ਅੰਦਰ ਜੱਜਾਂ ਦੀ ਨਿਯੁਕਤੀ ਜੁਡੀਸ਼ੀਅਲ ਪ੍ਰੀਖਿਆ ਰਾਹੀਂ ਹੁੰਦੀ ਆਈ ਹੈ ਜਿਸ ਵਿੱਚ ਸਰਕਾਰਾਂ ਦਾ ਕੋਈ ਦਖਲ ਨਹੀਂ ਹੁੰਦਾ। ਪਰ ਨੇੜ ਭਵਿੱਖ ਵਿੱਚ ਕੇਂਦਰ ਸਰਕਾਰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਲਿਆ ਰਹੀ ਹੈ ਜਿਹੜਾ ਕਿ ਸੂਬਿਆਂ ਦੇ ਹਿੱਤਾਂ ਦੇ ਬਿਲਕੁਲ ਉਲਟ ਹੋਏਗਾ। ਇਸ ਦਾ ਖੁਲਾਸਾ ਸੰਵਿਧਾਨ ਦਿਵਸ ਮੌਕੇ ਸੰਵਿਧਾਨਕ ਮੁਖੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ। ਅਸਲ ਵਿੱਚ ਸੁਪਰੀਮ ਕੋਰਟ ਨੇ ਸੰਵਿਧਾਨ ਦਿਵਸ ਮੌਕੇ ਇੱਕ ਸਮਾਗਮ ਰੱਖਿਆ ਸੀ। ਇਸ ਵਿੱਚ ਬੋਲਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ਅੰਦਰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਦੀ ਜ਼ਰੂਰਤ ਹੈ। ਉਹਨਾਂ ਨੇ ਇਹ ਫੈਡਰਲ ਢਾਂਚੇ ਦੇ ਉਲਟ ਗੱਲ ਕੀਤੀ ਪਰ ਪੰਜਾਬ ਸਣੇ ਕਿਸੇ ਵੀ ਸੂਬੇ ਵਿੱਚੋਂ ਹਲੇ ਤੱਕ ਕੋਈ ਆਵਾਜ਼ ਨਹੀਂ ਆਈ। ਹੋਰਨਾਂ ਸੂਬਿਆਂ ਦੇ ਬਸ਼ਿੰਦਿਆਂ ਵਾਂਗ ਪੰਜਾਬੀਆਂ ਨੇ ਵੀ ਇਸ ਗੰਭੀਰ ਮੁੱਦੇ ਨੂੰ ਓਨੀ ਗੰਭੀਰਤਾ ਨਾਲ ਲਿਆ ਨਹੀਂ ਲੱਗਦਾ। ਅਸੀਂ ਇੰਨੇ ਨਿੱਸਲ ਅਤੇ ਅਵੇਸਲੇ ਕਿਵੇਂ ਹੋ ਸਕਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਬੋਲਦਿਆਂ ਇਹ ਗੱਲ ਜ਼ਰੂਰ ਆਖੀ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਬਸ ਚੱਲੇ ਤਾਂ ਉਹ ਰਾਸ਼ਟਰਗਾਨ ਵਿੱਚੋਂ ਪੰਜਾਬ ਦਾ ਨਾਂ ਵੀ ਮਨਫੀ ਕਰ ਦੇਵੇ, ਭਾਵੇਂ ਉਹਨਾਂ ਦੀ ਇਹ ਗੱਲ ਸਿਆਸਤ ਤੋਂ ਪ੍ਰੇਰਿਤ ਹੋਵੇ ਜਾਂ ਪੂਰੀ ਤਰ੍ਹਾਂ ਸਿਆਸੀ ਹੋਵੇ। ਪਰ ਇਸ ਵਿੱਚ ਸੱਚਾਈ ਲਾਜ਼ਮੀ ਲੁਕੀ ਹੋਈ ਹੈ। ਕੇਂਦਰ ਵਿੱਚ ਕਿਸੇ ਵੀ ਪਾਰਟੀ ਦੀ ਕਿਸੇ ਵੀ ਸਮੇਂ ਸਰਕਾਰ ਰਹੀ ਹੋਵੇ, ਪੰਜਾਬ ਨਾਲ ਵਿਤਕਰਾ ਅਤੇ ਧੱਕਾ ਇਹ ਕੋਈ ਨਵੀਂ ਗੱਲ ਨਹੀਂ। ਇਹ ਧੱਕਾ ਅਤੇ ਪੱਖਪਾਤ ਮੋਦੀ ਸਰਕਾਰ ਵੇਲੇ ਕੁਝ ਜ਼ਿਆਦਾ ਵੱਧ ਗਿਆ। ਇਸ ਦੀ ਮਿਸਾਲ 3 ਖੇਤੀ ਕਾਨੂੰਨਾਂ ਵੇਲੇ ਵੀ ਮਿਲੀ ਅਤੇ ਉਸ ਤੋਂ ਬਾਅਦ ਵੀ ਲਗਾਤਾਰ ਮਿਲ ਰਹੀ ਹੈ। ਪਰ ਇਸ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੀ ਸਰਕਾਰ ਦੇ ਕਿਸੇ ਹੋਰ ਮੰਤਰੀ ਜਾਂ ਪਾਰਟੀ ਦੇ ਕਿਸੇ ਵੀ ਆਗੂ ਨੇ ਹਲੇ ਤੱਕ ਕੋਈ ਬਿਆਨ ਨਹੀਂ ਦਿੱਤਾ। ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦਾ ਦਮ ਭਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਮੁੱਦੇ ਉੱਤੇ ਹਲੇ ਤੱਕ ਸਾਹਮਣੇ ਨਹੀਂ ਆਏ। ਬੀਜੇਪੀ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਵੀ ਕੋਈ ਆਗੂ ਹਲੇ ਤੱਕ ਇਸ ਮੁੱਦੇ ਉੱਤੇ ਨਹੀਂ ਬੋਲਿਆ। ਪੰਜਾਬ ਨਾਲ ਸੰਬੰਧਿਤ ਕਾਂਗਰਸ ਦੇ ਕਿਸੇ ਆਗੂ ਨੇ ਵੀ ਹਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ। ਸਿਆਸੀ ਧਿਰਾਂ ਨੂੰ ਛੱਡੋ, ਇਸ ਮੁੱਦੇ ਉੱਤੇ ਕਿਸੇ ਬੁੱਧੀਜੀਵੀ, ਸਮਾਜਿਕ ਜਥੇਬੰਦੀਆਂ, ਧਾਰਮਿਕ ਅਤੇ ਇਨਕਲਾਬੀ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਜਥੇਬੰਦੀ ਦੇ ਵੀ ਕਿਸੇ ਆਗੂ ਦਾ ਕੋਈ ਬਿਆਨ ਦੇਖਣ ਨੂੰ ਨਹੀਂ ਮਿਲਿਆ। ਹੋ ਸਕਦਾ ਹੈ ਅਗਲੇ ਸਾਲ ਹੋਣ ਵਾਲੀਆਂ ਆਮ ਲੋਕ ਸਭਾ ਚੋਣਾਂ ਕਰਕੇ ਮੋਦੀ ਸਰਕਾਰ ਫਿਲਹਾਲ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਵੱਲ ਕੋਈ ਕਦਮ ਨਾ ਪੁੱਟੇ, ਪਰ ਭਵਿੱਖ ਵਿੱਚ ਸੰਘੀ ਢਾਂਚੇ ਦੇ ਉਲਟ ਇਹ ਕਦਮ ਲਾਜ਼ਮੀ ਪੁੱਟਿਆ ਜਾਵੇਗਾ ਅਤੇ ਇਸ ਦੀ ਤਲਵਾਰ ਸਾਡੇ ਸਿਰ ਉੱਤੇ ਸਦਾ ਲਟਕਦੀ ਰਹੇਗੀ ਜੇਕਰ ਸਾਰੇ ਸੂਬਿਆਂ ਨੇ ਇਸ ਦਾ ਵਿਰੋਧ ਨਾ ਕੀਤਾ। ਕਾਨੂੰਨੀ ਮਾਹਰ ਇਸ ਨੂੰ ਕਿਵੇਂ ਲੈਂਦੇ ਅਤੇ ਕਿਵੇਂ ਸਮਝਦੇ ਨੇ, ਇਸ ਨੂੰ ਜਾਣਨ ਲਈ ਅਸੀਂ ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨਾਲ ਗੱਲਬਾਤ ਕੀਤੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਚਰਚਾ ਜਿਹੜੀ ਛੇੜੀ ਗਈ ਹੈ ਸਾਡੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਛੇੜੀ ਗਈ ਹੈ, ਜਿਹੜੇ ਕਿ ਦੇਸ਼ ਦੇ ਸੰਵਿਧਾਨਕ ਮੁਖੀ ਹੈ। ਔਰ ਸੰਵਿਧਾਨਕ ਮੁਖੀ ਹੋਣ ਦੇ ਨਾਲ ਨਾਲ ਭਾਵੇਂ ਉਹਨਾਂ ਦਾ ਪਿਛੋਕੜ ਵੀ ਬੀਜੇਪੀ ਨਾਲ ਜੁੜਿਆ ਹੈ, ਜਿਹੜੀ ਕਿ ਹਮੇਸ਼ਾ ਹੀ ਵਨ ਨੇਸ਼ਨ ਵਨ ਲੈਂਗੁਏਜ ਅਤੇ ਵਨ ਇਲੈਕਸ਼ਨ ਦੇ ਏਜੰਡੇ 'ਤੇ ਕੰਮ ਕਰ ਰਹੀ ਹੈ। ਇਹ ਉਹਨਾਂ ਦੇ ਏਜੰਡੇ ਨੂੰ ਰਾਸ਼ਟਰਪਤੀ ਰਾਹੀਂ ਅੱਗੇ ਤੋਰਨਾ ਇੱਕ ਬਹੁਤ ਹੀ ਚਿੰਤਾਜਨਕ ਗੱਲ ਹੈਗੀ ਹੈ। ਔਰ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਵੀ ਸਿੱਧੀ ਸਾਡੇ ਸੰਵਿਧਾਨ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਇਸ ਤਰੀਕੇ ਨਾਲ ਸੰਵਿਧਾਨ ਦੇ ਵਿੱਚ ਤਾਕਤਾਂ ਦੀ ਵੰਡ ਕੀਤੀ ਗਈ ਹੈ। ਕਾਰਜਪਾਲਿਕਾ ਦਾ ਇੱਕ ਵੱਖਰਾ ਅਧਿਕਾਰ ਖੇਤਰ ਹੈ, ਵਿਧਾਨਪਾਲਿਕਾ ਦਾ ਇੱਕ ਵੱਖਰਾ ਅਧਿਕਾਰ ਖੇਤਰ ਹੈ ਔਰ ਨਿਆਂਪਾਲਿਕਾ ਦਾ ਸੁਪਰੀਮ ਹੈ ਸਾਰਿਆਂ ਨਾਲੋਂ ਪਰ ਵੱਖਰਾ ਅਧਿਕਾਰ ਖੇਤਰ ਹੈ। ਜੇ ਇਹ ਆਲ ਇੰਡੀਆ ਜੁਡੀਸ਼ੀਅਲ ਕਮਿਸ਼ਨ ਜਾਂ ਇਸ ਤਰ੍ਹਾਂ ਦਾ ਕੋਈ ਸਿਸਟਮ ਇਹ ਬਣਾਉਣ ਦੀ ਗੱਲ ਕਰਦੇ ਹੈ ਤਾਂ ਇਹਦਾ ਮਤਲਬ ਹੈ ਸਰਕਾਰੀ ਦਖਲਅੰਦਾਜ਼ੀ ਇਹਦੇ 'ਚ ਸਿੱਧੇ ਤੌਰ 'ਤੇ ਹੋਊਗੀ, ਜਿਹੜੀ ਕਿ ਅਦਾਲਤਾਂ ਦੀ ਆਜ਼ਾਦੀ ਦੇ ਉੱਪਰ ਇੱਕ ਬੜਾ ਸਿੱਧਾ ਹਮਲਾ ਹੈ। ਔਰ ਇਹਦੇ ਨਾਲ ਜਿਹੜੇ ਸਟੇਟ ਲੈਵਲ ਜਿਵੇਂ ਖਾਸ ਕਰਕੇ ਪੰਜਾਬ ਵਰਗੀਆਂ ਛੋਟੀਆਂ ਸਟੇਟਾਂ ਜਿਹੜੀਆਂ ਉਹ ਇਹਦੇ ਵਿੱਚ ਇਹਨਾਂ ਦਾ ਤਾਂ ਕਿਤੇ ਖੜ ਵੀ ਨਹੀਂ ਸਕਣਗੀਆਂ ਇਸ ਸਿਸਟਮ ਦੇ ਵਿੱਚ। ਔਰ ਦੂਜੀ ਸਾਡਾ ਜਿਹੜਾ ਫੈਡਰਲ ਢਾਂਚਾ ਹੈ ਉਹਦੇ 'ਚ ਸਿੱਧੀ ਦਖਲਅੰਦਾਜ਼ੀ ਹੈ,
ਅਸੀਂ ਆਪਣੀ ਭਾਸ਼ਾ ਦੇ ਵਿੱਚ ਆਪਣੀ ਸਮੱਸਿਆ ਕਿਸੇ ਅਦਾਲਤ ਦੇ ਸਾਹਮਣੇ ਰੱਖਦੇ ਹਾਂ ਔਰ ਅਦਾਲਤ ਨੂੰ ਉਸ ਏਰੀਏ ਦੇ, ਉਸ ਸੰਬੰਧਿਤ ਜ਼ਿਲ੍ਹੇ ਦੇ, ਸਟੇਟ ਦੇ ਰੀਤੀ ਰਿਵਾਜ ਬਾਰੇ ਕੋਈ ਜਾਣਕਾਰੀ ਹੈ ਜਿਨ੍ਹਾਂ ਦੇ ਮੁਤਾਬਕ ਸਾਡੇ ਝਗੜੇ ਆ ਜਾਂ ਕੁਝ ਹੋਰ ਹੱਲ ਹੁੰਦੇ ਆ। ਔਰ ਜਦੋਂ ਅਸੀਂ ਆਲ ਇੰਡੀਆ ਜੁਡੀਸ਼ੀਅਲ ਕਮਿਸ਼ਨ ਦੀ ਗੱਲ ਕਰਦੇ ਹਾਂ ਜਾਂ ਆਲ ਇੰਡੀਆ ਜੁਡੀਸ਼ੀਅਲ ਸਰਵਿਸਿਜ਼ ਦੀ ਗੱਲ ਕਰਦੇ ਹਾਂ ਤੇ ਇਹਦਾ ਮਤਲਬ ਇਹ ਹੋਇਆ ਵੀ ਬੰਗਾਲ ਵਾਲਾ ਵੀ ਪੰਜਾਬ 'ਚ ਆ ਕੇ ਜੁਡੀਸ਼ੀਅਲ ਅਫਸਰ ਲੱਗ ਸਕਦਾ ਹੈ ਔਰ ਪੰਜਾਬ ਵਾਲਾ ਜਾ ਕੇ ਵੀ ਬਿਹਾਰ 'ਚ ਲੱਗ ਸਕਦਾ ਹੈ, ਜਿਹੜਾ ਕਿ ਕਿਸੇ ਤਰ੍ਹਾਂ ਵੀ ਆਮ ਲੋਕਾਂ ਦੇ ਇਹ ਹੱਕ ਦੀ ਗੱਲ ਨਹੀਂ ਹੈਗੀ। ਔਰ ਬੜਾ ਚਿੰਤਾਜਨਕ ਇਹ ਇਸ਼ੂ ਹੈਗਾ। ਮੈਂ ਹੈਰਾਨ ਹਾਂ ਇਸ ਗੱਲ 'ਤੇ ਵੀ ਸਮਾਜ ਦੇ ਜਿਹੜੇ ਪ੍ਰਮੁੱਖ ਲੋਕ ਹੈ ਉਹਨਾਂ ਨੇ ਇਸ ਵਿਸ਼ੇ ਨੂੰ ਬੜੀ ਲਾਈਟਲੀ ਲਿਆ ਔਰ ਬੜਾ ਨਜ਼ਰਅੰਦਾਜ਼ ਕੀਤਾ ਹੈ, ਜਦ ਕਿ ਬਹੁਤ ਹੀ ਗੰਭੀਰ ਮਸਲਾ ਹੈ ਜਿਹਦੇ ਉੱਤੇ ਸਾਨੂੰ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਅਸੀਂ ਲੋਕ ਪੰਜਾਬੀ ਬੋਲਦੇ ਹਾਂ, ਅਸੀਂ ਅਦਾਲਤ 'ਚ ਜਾਣਾ, ਗਵਾਹੀ ਦੇਣੀ ਹੈ, ਪੰਜਾਬੀ ਦੇ ਵਿੱਚ ਬੋਲਦੇ ਹਾਂ, ਸਾਡਾ ਗਵਾਹ ਪੰਜਾਬੀ 'ਚ ਬੋਲਦਾ, ਪੰਜਾਬੀ 'ਚ ਲਿਖੀ ਜਾਂਦੀ ਹੈ ਔਰ ਪੰਜਾਬੀ ਜੱਜ ਉੱਥੇ ਬੈਠਾ ਤੇ ਉਹਨੂੰ ਸਮਝ ਲੱਗਦੀ ਹੈ। ਜੇ ਇਹਦੀ ਥਾਂ 'ਤੇ ਬੰਗਾਲੀ ਕੋਈ ਜਾਂ ਬਿਹਾਰ ਵਾਲਾ ਕੋਈ ਬੈਠਾ ਹੋਊਗਾ ਤਾਂ ਉਹਨੂੰ ਕੀ ਪਤਾ ਲੱਗੂਗਾ ਤੇ ਉਹ ਕਿਸ ਤਰ੍ਹਾਂ ਉਹਨਾਂ ਦੀ ਭਾਸ਼ਾ ਦੇ ਨਾਲ ਜਾਂ ਉਹਨਾਂ ਦੇ ਸਮੱਸਿਆਵਾਂ ਦੇ ਨਾਲ ਨਿਆਂ ਕਿਵੇਂ ਕਰ ਸਕੂਗਾ, ਜਿਹੜਾ ਕਿ ਸੰਭਵ ਹੀ ਨਹੀਂ ਹੈਗਾ। ਤੁਹਾਡੇ ਕੁਝ ਸਮੱਸਿਆਵਾਂ ਇਸ ਤਰ੍ਹਾਂ ਦੇ ਹੁੰਦੀਆਂ ਜਿਹੜੀਆਂ ਕਿ ਰੀਤੀ ਰਿਵਾਜ ਨਾਲ ਜੁੜੀਆਂ, ਟ੍ਰੈਡੀਸ਼ਨਲ ਤੁਰੀਆਂ ਆਉਂਦੀਆਂ, ਹੈਰੀਡਿਟਰੀ ਫੈਕਟਰ ਹੈਗੇ ਆ, ਉਹ ਤੁਹਾਡੇ ਹਰ ਸਟੇਟ ਦੇ ਵੱਖੋ ਵੱਖਰੇ ਹੈ। ਉਹਨਾਂ ਨੂੰ ਆਲ ਇੰਡੀਆ ਲੈਵਲ 'ਤੇ ਲਿਆ ਕੇ ਨਹੀਂ ਨਜਿੱਠਿਆ ਜਾ ਸਕਦਾ। ਹਰ ਸਾਲ ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਂਦੇ ਹਾਂ। ਇਸ ਵਾਰ ਸੁਪਰੀਮ ਕੋਰਟ ਨੇ ਇਸ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ। ਇਸ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਮੋਦੀ ਸਰਕਾਰ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਵੱਡੀ ਗਿਣਤੀ ਵਿੱਚ ਜੱਜਾਂ ਅਤੇ ਵਕੀਲਾਂ ਦੀ ਮੌਜੂਦਗੀ ਵਿੱਚ ਆਲ ਇੰਡੀਆ ਲੈਵਲ ਦੀ ਨਿਆਇਕ ਸੇਵਾ ਭਾਵ ਜੁਡੀਸ਼ੀਅਲ ਸਰਵਿਸ ਦੀ ਪੈਰਵੀ ਕੀਤੀ। ਉਨ੍ਹਾਂ ਨੌਜਵਾਨਾਂ ਦੀ ਚੋਣ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਹੇਠਲੇ ਪੱਧਰ ਤੋਂ ਉੱਪਰਲੇ ਪੱਧਰ ਤੱਕ ਉਤਸ਼ਾਹਿਤ ਕਰਨ ਲਈ ਮੈਰਿਟ ਆਧਾਰਿਤ, ਪ੍ਰਤੀਯੋਗੀ ਅਤੇ ਪਾਰਦਰਸ਼ੀ ਆਲ ਇੰਡੀਆ ਨਿਆਇਕ ਸੇਵਾ ਦਾ ਪ੍ਰਸਤਾਵ ਰੱਖਿਆ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਭਾਸ਼ਾ ਕਈ ਵਾਰ ਅੜਿੱਕਾ ਬਣਦੀ ਹੈ ਅਤੇ ਇੰਡੀਆ ਲੈਵਲ ਦੀ ਨਿਆਇਕ ਸੇਵਾ ਨਾਲ ਇਹ ਸਮੱਸਿਆ ਵੀ ਹੱਲ ਹੋਏਗੀ। ਅੱਗੇ ਗੱਲ ਕਰਨ ਤੋਂ ਪਹਿਲਾਂ देखो राष्ट्रपति ने की कहा है। आईएएस के लिए कुछ प्रोविज़न है, आईपीएस के प्रोविज़न है, स्टेट में भी बहुत सारे प्रोविज़न है। बच्चे अपना कोई यूपीएससी कोई क्या दे करके वहाँ चले जाते हैं। यहाँ कुछ ऐसे किया जाए, मुझे पता नहीं, इन फ्यूचर आप लोगों को मैं छोड़ती हूँ। देयर कैन बी एन ऑल इंडिया जुडिशियल सर्विस which can select brilliant youngsters and nurture and promote their talents from lower levels to higher levels। ਹੁਣ ਗੱਲ ਕਰਦੇ ਹਾਂ ਵਰਤਮਾਨ ਸਿਸਟਮ ਦੀ। ਇਸ ਸਮੇਂ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਚੋਣ ਸੁਪਰੀਮ ਕੋਰਟ ਦੁਆਰਾ 1993 ਵਿੱਚ ਬਣਾਈ ਗਈ ਕਲੋਜੀਅਮ ਪ੍ਰਣਾਲੀ ਦੁਆਰਾ ਕੀਤੀ ਜਾਂਦੀ ਹੈ। ਸਰਕਾਰ ਦੀ ਭੂਮਿਕਾ ਜੱਜਾਂ ਵਜੋਂ ਨਿਯੁਕਤੀ ਲਈ ਸਿਫਾਰਸ਼ ਕੀਤੇ ਗਏ ਵਿਅਕਤੀਆਂ ਦੇ ਪੂਰਵ ਅਨੁਮਾਨਾਂ ਦੀ ਜਾਂਚ ਕਰਨ ਤੱਕ ਸੀਮਤ ਹੈ। ਅਧੀਨ ਅਦਾਲਤਾਂ ਦੇ ਜੱਜਾਂ ਦੀ ਚੋਣ ਸੰਬੰਧਿਤ ਹਾਈ ਕੋਰਟਾਂ ਦੀ ਨਿਗਰਾਨੀ ਹੇਠ ਰਾਜ ਪਬਲਿਕ ਸਰਵਿਸ ਕਮਿਸ਼ਨਾਂ ਦੁਆਰਾ ਕਰਵਾਈਆਂ ਜਾਂਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਰਾਹੀਂ ਕੀਤੀ ਜਾਂਦੀ ਹੈ, ਜਿੱਥੇ ਰਾਜ ਸਰਕਾਰਾਂ ਦੀ ਭੂਮਿਕਾ ਸੀਮਤ ਹੁੰਦੀ ਹੈ। ਅਸਲ ਵਿੱਚ ਚੋਣ ਕਮਿਸ਼ਨ ਸਮੇਤ ਹੋਰਨਾਂ ਅਨੇਕਾਂ ਸੰਸਥਾਵਾਂ ਅਤੇ ਸੰਵਿਧਾਨਕ ਅਹੁਦਿਆਂ ਉੱਤੇ ਕੰਟਰੋਲ ਪਾ ਚੁੱਕੀ ਮੋਦੀ ਹਕੂਮਤ ਦਾ ਨਿਆਇਕ ਪ੍ਰਣਾਲੀ ਵਿੱਚ ਵਸ ਨਹੀਂ ਚੱਲ ਰਿਹਾ। ਸੁਪਰੀਮ ਕੋਰਟ ਅਤੇ ਇਸ ਦੇ ਮੌਜੂਦਾ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਕਈ ਵਾਰ ਕਈ ਮਾਮਲਿਆਂ ਵਿੱਚ ਸਰਕਾਰ ਨੂੰ ਝਟਕਾ ਦੇ ਚੁੱਕੇ ਨੇ। ਇਸੇ ਲਈ ਕੇਂਦਰ ਸਰਕਾਰ ਹਮੇਸ਼ਾ ਨਿਆਇਕ ਪ੍ਰਣਾਲੀ ਨੂੰ ਵਸ ਵਿੱਚ ਕਰਨ ਦੇ ਯਤਨਾਂ ਵਿੱਚ ਲੱਗੀ ਦਿਖਾਈ ਦਿੰਦੀ ਹੈ। ਆਲ ਇੰਡੀਆ ਜੁਡੀਸ਼ੀਅਲ ਸਰਵਿਸ ਨਾਲ ਪੁਰਾਣਾ ਚੱਲਿਆ ਆ ਰਿਹਾ ਨਿਆਇਕ ਪ੍ਰਣਾਲੀ ਦਾ ਇਹ ਸਾਰਾ ਸਿਸਟਮ ਗੜਬੜਾ ਜਾਏਗਾ। ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਵੀ ਇਸ ਬਾਰੇ ਆਪਣੇ ਵਿਚਾਰ ਇਸ ਅਹਿਮ ਟਿੱਪਣੀ ਦੇ ਰੂਪ ਵਿੱਚ ਪ੍ਰਗਟਾਏ ਨੇ। उन्हें संविधान दिवस ते देश की महामहिम राष्ट्रपति जी द्रौपदी मुर्मू जी की एक बहुत ही जुडिशरी नाल और देश के कानून नाल संबंधित एक राय आई है कि ऑल इंडिया जुडिशल एग्जाम जिहड़ा है वो शुरू होना चाहिए।
ਵੈਸੇ ਉਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਬੜੇ ਬ੍ਰਿਲੀਅੰਟ ਬੱਚਿਆਂ ਨੂੰ ਮੌਕਾ ਮਿਲੇਗਾ, ਪਰ ਮੈਂ ਹੁਣੇ ਪੰਜਾਬ ਦੇ ਵਿੱਚ ਹੋਏ ਜੁਡੀਸ਼ੀਅਲ ਆਫੀਸਰਸ ਦੀ ਜਿਹੜੀ ਨਿਯੁਕਤੀ ਹੈ, ਮੈਨੂੰ ਮੌਕਾ ਮਿਲਿਆ ਕੁਝ ਉਹਨਾਂ ਵਿਅਕਤੀਆਂ ਨੂੰ ਮਿਲਣ ਦਾ ਜਿਨ੍ਹਾਂ ਦੇ ਪਰਿਵਾਰਾਂ 'ਚ ਔਰ ਖਾਸ ਕਰਕੇ ਜਿਹੜੇ ਪੈਨਲਿਸਟ ਸਨ ਕਿ ਇੰਨੇ ਬ੍ਰਿਲੀਅੰਟ ਬੱਚੇ ਪੰਜਾਬ ਦੇ ਸਭ ਮਜ਼ਹਬੋ ਮਿਲਤ ਤੋਂ ਉੱਪਰ ਉੱਠ ਕੇ ਇੱਥੋਂ ਤੱਕ ਕਿ ਮਲੇਰਕੋਟਲਾ ਤੋਂ ਲੈ ਕੇ ਗਰੀਬ ਤੋਂ ਗਰੀਬ ਪਰਿਵਾਰਾਂ ਦੇ ਬੱਚੇ, ਚਾਹੇ ਉਹਨਾਂ ਦਾ ਕੋਈ ਵੀ ਬੈਕਗ੍ਰਾਉਂਡ ਸੀ, ਉਹਨਾਂ ਨੇ ਬੜੀ ਪਰਫਾਰਮੈਂਸ ਦਿੱਤੀ ਔਰ ਬਹੁਤ ਹੀ ਇੱਕ ਨਾਂ ਰੌਸ਼ਨ ਕੀਤਾ ਉਹਨਾਂ ਬੱਚਿਆਂ ਨੇ ਪੰਜਾਬ ਦਾ। ਮੈਂ ਮਹਿਸੂਸ ਕਰਦਾ ਕਿ ਸੰਵਿਧਾਨ ਦਿਵਸ 'ਤੇ ਵੈਸੇ ਤਾਂ ਉਹਨਾਂ ਦੇ ਅਧਿਕਾਰ ਹੈ ਇਹ ਗੱਲ ਕਹਿਣਾ, ਪਰ ਅਗਰ ਡੂੰਘਾਈ ਨਾਲ ਇਹਦੀ ਖੋਜ ਕੀਤੀ ਜਾਏ ਤਾਂ ਇਹਦੇ ਨਾਲ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਇਸ ਕਰਕੇ ਨੁਕਸਾਨ ਹੋਏਗਾ, ਕਿਉਂਕਿ ਜਿਹੜਾ ਆਲ ਇੰਡੀਆ ਐਗਜ਼ਾਮ ਹੋਏਗਾ ਉਹਦੇ 'ਚ ਗਵਰਨਮੈਂਟ ਦਾ ਤੇ ਨਾਲ ਦੀ ਨਾਲ ਉਹਦੇ ਵਿੱਚ ਦੇਸ਼ ਦੇ ਅੰਦਰ ਜਿਹੜਾ ਟੋਟਲ ਐਗਜ਼ਾਮ ਹੈ ਪੰਜਾਬ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ। ਸਾਰੇ ਅਧਿਕਾਰ ਸਾਡੇ ਸ਼ਰਿੰਕ ਹੋ ਰਹੇ ਨੇ, ਇਸ ਕਰਕੇ ਇਹਨੂੰ ਅਸੀਂ ਟੁੱਥ ਐਂਡ ਨੇਲ ਇਹਨੂੰ ਅਪੋਜ਼ ਕਰਨਾ ਚਾਹੀਦਾ ਪੰਜਾਬੀਆਂ ਨੂੰ ਸਮੁੱਚੇ ਤੌਰ 'ਤੇ, ਤਾਂ ਕਿ ਸਾਡੇ ਬੱਚਿਆਂ ਨੂੰ ਇਹਨਾਂ ਸਰਵਿਸਿਜ਼ ਦੇ ਵਿੱਚ ਜੋ ਪੰਜਾਬ ਦੀ ਹਾਲਤ ਹੈ, ਜਿਸ ਨਿਗਾਰ ਵੱਲ ਅਸੀਂ ਜਾ ਰਹੇ ਹਾਂ, ਕਿਤੇ ਇਹ ਨਾ ਹੋਵੇ ਕਿ ਇੱਧਰੋਂ ਵੀ ਅਸੀਂ ਮੰਨਫੀ ਹੋ ਜਾਈਏ।